ਧੰਨ ਵਾਹਿਗੁਰੂ ਜੀਓ। ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ। ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ। ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਸਤਿਕਾਰ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਬਾਬਾ ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੇ ਉਪਦੇਸ਼ ਨੂੰ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ। ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1384 ਉੱਪਰ 115 ਨੰਬਰ ਸ਼ਲੋਕ ਅੰਕਿਤ ਹੈ, ਜੋ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਸੁਣਿਆ ਹੈ। ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਇੱਕ ਲੜੀਵਾਰ ਖਿਆਲ ਜਿਹੜਾ ਹੈ, ਕਿਉਂਕਿ ਸ਼ਲੋਕ ਨਾਲ ਸ਼ਲੋਕ ਦਾ ਭਾਵ ਰਿਲੇਟਡ ਹੈ, ਸੰਬੰਧਿਤ ਹੈ, ਜੁੜਿਆ ਹੋਇਆ ਹੈ। ਕਿਤੇ ਕਿਤੇ ਇਹਨਾਂ ਸ਼ਲੋਕਾਂ ਵਿੱਚ ਗੁਰੂ ਮਹਾਰਾਜ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਸ਼ਲੋਕ ਵੀ ਪੜ੍ਹੇ ਹਨ, ਵਿਚਾਰੇ ਹਨ, ਜਿਹੜੇ ਕਿ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਸਤਿਗੁਰੂ ਜੀ ਨੇ ਦਰਜ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਸਮੁੱਚੀ ਬਾਣੀ ਇੱਕ ਬੱਝਵਾਂ ਖਿਆਲ ਹੈ। ਸਾਰੇ ਮਹਾਂਪੁਰਖਾਂ ਦੇ ਬਚਨ ਜਿਹੜੇ ਹਨ, ਉਹਨਾਂ ਦੀ ਸੁਰ ਇੱਕ ਹੈ, ਭਾਵੇਂ ਸ਼ਬਦਾਵਲੀ ਵੱਖਰੀ ਵੱਖਰੀ ਹੈ। ਬਾਬਾ ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਠੇਠ ਪੰਜਾਬੀ ਲਹਿਜੇ ਦੀ ਬਾਣੀ ਹੈ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਸਾਦਗੀ ਦਾ, ਪਰਮੇਸ਼ਰ ਦੀ ਇਬਾਦਤ ਦਾ, ਆਪਣੇ ਮਨ ਨੂੰ, ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਇੱਕ ਸਦਾਚਾਰਕ ਉੱਚਾ ਨੈਤਿਕ ਜੀਵਨ ਜਿਉਣ ਦਾ ਬੜਾ ਪਿਆਰਾ ਤੇ ਮਿੱਠਾ ਸੁਨੇਹਾ ਆਪਣੇ ਜੀਵਨ ਕਾਲ ਵਿੱਚ ਬਖਸ਼ਿਆ, ਜੋ ਅੱਜ ਵੀ ਮਨੁੱਖੀ ਰੂਹਾਂ ਤੇ ਮਨੁੱਖੀ ਮਨਾਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ। ਆਉਣ ਵਾਲੇ ਵਕਤ ਵਿੱਚ ਆਪਾਂ ਯਤਨ ਕਰਾਂਗੇ ਬਾਬਾ ਫਰੀਦ ਸਾਹਿਬ ਤਥਾ ਹੋਰ ਮਹਾਂਪੁਰਖਾਂ ਦੇ ਜੀਵਨ ਦਾ ਜਿੰਨਾ ਕੁ ਵੀ ਆਪਾਂ ਨੂੰ ਜੋ ਉਲੇਖ, ਜੋ ਲਿਖਤਾਂ ਮਿਲਦੀਆਂ ਹਨ, ਉਹਨਾਂ ਵਿੱਚੋਂ ਕੁਝ ਨਾ ਕੁਝ ਆਪਾਂ ਸਾਂਝਿਆਂ ਕਰਨ ਦਾ ਯਤਨ ਕਰ ਸਕੀਏ। ਜਿਸ ਪਾਵਨ ਸ਼ਲੋਕ ਨੂੰ ਆਪ ਜੀ ਨੇ ਸੁਣਿਆ ਹੈ, ਇਹ ਦਰਅਸਲ 3 ਕੁ ਸ਼ਲੋਕ ਇਕੱਠੇ ਹੀ ਇੱਕ ਭਾਵ ਦੀ ਵਿਆਖਿਆ ਕਰ ਰਹੇ ਹਨ। ਤਿੰਨਾਂ ਵਿੱਚ ਇੱਕ ਸ਼ਬਦ ਬਾਰ-ਬਾਰ ਆਇਆ ਹੈ, ਸਬਰ। ਸਬਰ ਜਿਸ ਨੂੰ ਆਪਾਂ ਧੀਰਜ ਕਹਿੰਦੇ ਹਾਂ, ਸੰਤੋਖ ਕਹਿੰਦੇ ਹਾਂ। ਸੰਤੋਖ ਦਾ ਭਾਵ ਹੈ ਜੋ ਅਵੇਲੇਬਲ ਹੈ ਉਹਦੇ ਵਿੱਚ ਖੁਸ਼ ਹੋਣਾ। ਤੁਸੀਂ ਜਿਸ ਵੀ ਸਿਚੁਏਸ਼ਨ ਵਿੱਚ ਹੋ, ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਕੇ ਆਪਣੇ ਅੰਦਰ ਦੀ ਉਦਾਸੀ ਨੂੰ, ਦੌੜ ਨੂੰ ਰੋਕ ਕੇ ਟਿਕਾ ਵਿੱਚ ਆ ਜਾਣਾ, ਉਹਨੂੰ ਸੰਤੋਖ ਕਿਹਾ ਜਾਂਦਾ ਹੈ। ਇਹਨੂੰ ਆਪਾਂ ਧੀਰਜ ਵੀ ਕਹਿੰਦੇ ਹਾਂ। ਧੀਰਜ ਦਾ ਭਾਵ ਹੁੰਦਾ ਹੈ ਸਹਿਣ ਕਰਨਾ, ਜਰ ਲੈਣਾ।
ਜਿਵੇਂ ਕੋਈ ਮਨੁੱਖ ਕਾਹਲਾ ਪੈ ਰਿਹਾ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਥੋੜਾ ਧੀਰਜ ਰੱਖ। ਉਹਦਾ ਭਾਵ ਹੁੰਦਾ ਵੀ ਜਿਹੜੀ ਚੀਜ਼ ਤੇਰੇ ਮਨ ਨੂੰ ਕਾਹਲੀ ਪੈਦਾ ਕਰਦੀ ਹੈ, ਤੂੰ ਆਪਣੇ ਅੰਦਰ ਨੂੰ ਸਮਝਾਉਣ ਦਾ ਯਤਨ ਕਰ ਤੇ ਸਿਚੁਏਸ਼ਨ ਵਿੱਚ ਟਿਕਾ ਵਿੱਚ ਰਹਿ। ਇਹਦਾ ਭਾਵ ਵੀ ਇਹੋ ਹੀ ਹੁੰਦਾ ਹੈ। ਇੱਕ ਅਵਗੁਣ ਹੈ, ਇੱਕ ਮਾਨਸਿਕ ਰੋਗ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤ੍ਰਿਸ਼ਨਾ ਲਿਖਿਆ ਗਿਆ ਹੈ। ਤ੍ਰਿਸ਼ਨਾ ਤੋਂ ਭਾਵ ਹੈ ਇੱਕ ਤ੍ਰੇਹ, ਇੱਕ ਪਿਆਸ, ਜਿਹੜੀ ਰੈਗੂਲਰ ਤੁਹਾਡੇ ਜੀਵਨ ਦੇ ਵਿੱਚ ਬਣੀ ਰਹਿੰਦੀ ਹੈ। ਇੱਕ ਐਸੀ ਭੁੱਖ ਜਿਹੜੀ ਕਦੇ ਪੂਰੀ ਨਹੀਂ ਹੋ ਰਹੀ, ਉਸ ਨੂੰ ਤ੍ਰਿਸ਼ਨਾ ਲਿਖਿਆ ਗਿਆ। ਤ੍ਰਿਸ਼ਨਾ ਇੱਕ ਔਗਣ ਹੈ ਤੇ ਇਸ ਦਾ ਟਾਕਰਾ ਸਬਰ ਜਾਂ ਸੰਤੋਖ ਨਾਲ ਕੀਤਾ ਜਾਂਦਾ ਹੈ। ਸਤਿਗੁਰੂ ਦੀ ਬਾਣੀ ਵਿੱਚ ਇੱਕ ਵਾਕ ਹੈ, ਤ੍ਰਿਸ਼ਨਾ ਬੁਝੈ, ਕਿਉਂਕਿ ਬੁਝੈ ਸ਼ਬਦ ਬਾਣੀ 'ਚ ਬੁਝੈ ਵੀ ਆਉਂਦਾ ਹੈ, ਬੁੱਝ ਲੈਣਾ। ਬੁੱਝਣਾ ਦਾ ਭਾਵ ਹੁੰਦਾ ਹੈ ਸਮਝ ਲੈਣਾ, ਜਾਣ ਲੈਣਾ, ਤੇ ਬੁਝੈ ਦਾ ਭਾਵ ਹੁੰਦਾ ਹੈ ਬੁਝਾ ਦੇਣਾ। ਕੋਈ ਅੱਗ ਬਲਦੀ ਹੋਵੇ ਤੇ ਉਹਨੂੰ ਆਪਾਂ ਬੁੱਝਣਾ ਨਹੀਂ ਕਹਿੰਦੇ, ਉਹਨੂੰ ਬੁੱਝਣਾ ਕਹਿੰਦੇ ਆ। ਝਿੱਜਾ ਸ਼ਬਦ ਜਿਹੜਾ ਉਹਨੂੰ ਬੜਾ ਸੌਫਟਲੀ ਬੋਲਿਆ ਜਾਂਦਾ ਹੈ। ਤ੍ਰਿਸ਼ਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅੱਗ ਲਿਖਿਆ, ਬਲਦੀ ਹੋਈ ਅੱਗ। ਹੁਣ ਅੱਗ ਬਲ ਰਹੀ ਹੈ, ਕੋਈ ਮਨੁੱਖ ਉਹਦੇ ਵਿੱਚ ਲੱਕੜਾਂ ਸੁੱਟੀ ਜਾ ਰਿਹਾ, ਲੱਕੜਾਂ ਸੁੱਟੀ ਜਾ ਰਿਹਾ। ਕਿਸੇ ਨੇ ਪੁੱਛਿਆ, ਤੂੰ ਇੰਨੀਆਂ ਲੱਕੜਾਂ ਅੱਗ ਵਿੱਚ ਕਿਉਂ ਸੁੱਟ ਰਿਹਾ? ਉਹ ਕਹਿੰਦਾ, ਮੈਂ ਤਾਂ ਸੁੱਟ ਰਿਹਾ ਵੀ ਅੱਗ ਰੱਜ ਜਾਏ। ਜਦੋਂ ਅੱਗ ਰੱਜ ਜਾਏਗੀ ਤੇ ਆਪਣੇ ਆਪ ਬੁਝ ਜਾਏਗੀ, ਉਹਨਾਂ ਚਿਰ ਮੈਂ ਲੱਕੜਾਂ ਸੁੱਟਦਾ ਰਹਾਂਗਾ ਜਿੰਨਾ ਚਿਰ ਅੱਗ ਰੱਜ ਕੇ ਆਪਣੇ ਆਪ ਬੁਝ ਨਹੀਂ ਜਾਂਦੀ। ਪਰ ਇਹ ਪੋਸੀਬਲ ਨਹੀਂ, ਇਹ ਸੰਭਵ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਉਦਾਹਰਣ ਦਿੱਤੀ ਹੈ। ਸਤਿਗੁਰੂ ਆਖਦੇ ਵਿਖਿਆ ਮੈਂ। ਵਿਖਿਆ ਦਾ ਮਤਲਬ ਹੁੰਦਾ ਹੈ ਵਾਸ਼ਨਾ। ਵਾਸ਼ਨਾ ਤੋਂ ਭਾਵ ਵੀ ਹੈ ਕਿਸੇ ਚੀਜ਼ ਦੀ ਖਿੱਚ ਆਪਣੇ ਅੰਦਰ ਬਣਾ ਲੈਣੀ ਤੇ ਉਹ ਰੈਗੂਲਰ ਬਣੀ ਰਹੇ, ਉਹਦਾ ਕੋਈ ਸਟਾਪ ਨਹੀਂ, ਕੋਈ ਐਂਡ ਨਹੀਂ, ਕਿਤੇ ਪਾਊਜ਼ ਵੀ ਨਹੀਂ, ਥੋੜਾ ਸਮਾਂ ਹੀ ਬੰਦਾ ਟਿਕਾ ਮਾਣ ਲਵੇ, ਐਸਾ ਨਹੀਂ। ਉਹ ਲਗਾਤਾਰ ਤੁਹਾਡੇ ਅੰਦਰ ਨੂੰ ਭੜਕਾਈ ਛੱਡਦੀ। ਸਤਿਗੁਰੂ ਆਖਦੇ ਨੇ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਕਿਸੇ ਨੇ ਵੀ ਅੱਜ ਤੱਕ ਰਜੇਵਾ ਨਹੀਂ, ਸੈਟਿਸਫੈਕਸ਼ਨ ਨਹੀਂ ਪਾਈ, ਕਿਉਂਕਿ ਰੋਗ ਐਸਾ ਹੈ, ਇਹ ਬਿਮਾਰੀ ਐਸੀ ਹੈ, ਇਹਦੇ ਵਿੱਚ ਤੁਹਾਨੂੰ ਟਿਕਾ ਨਹੀਂ ਆ ਸਕਦਾ। ਤੁਹਾਡੇ ਅੰਦਰ ਸਦਾ ਬੇਚੈਨੀ ਬਣੀ ਰਹੇਗੀ, ਕਾਹਲ ਬਣਿਆ ਰਹੇਗਾ। ਫਿਰ ਉਦਾਹਰਣ ਦਿੱਤੀ, ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਗਾਈ। ਪਾਵਕ ਅੱਗ ਨੂੰ ਕਹਿੰਦੇ ਹਨ, ਈਂਧਨ ਬਾਲਣ ਨੂੰ ਕਹਿੰਦੇ ਹਨ। ਜਿਵੇਂ ਬਾਲਣ ਨਾਲ ਅੱਗ ਨਹੀਂ ਰੱਜਦੀ, ਇਸੇ ਤਰ੍ਹਾਂ ਵਿਖਿਆ ਵਾਸ਼ਨਾ ਦੀ ਦੌੜ ਵਿੱਚ ਬੰਦਾ ਕਦੇ ਨਹੀਂ ਰੱਜਦਾ। ਸਤਿਗੁਰੂ ਨੇ ਬਾਣੀ ਵਿੱਚ ਹੋਰ ਕਮਾਲ ਦਾ ਉਪਦੇਸ਼ ਦਿੱਤਾ ਹੈ। ਕਹਿੰਦੇ ਨੇ ਸੰਸਾਰ ਦੇ ਅੰਦਰ ਨਾ ਮਾੜਾ ਵੇਖਣ ਦੀ ਜੇ ਬੰਦੇ ਦੇ ਅੰਦਰ ਇਹ ਭੈੜ ਹੈ, ਔਗਣ ਹੈ, ਵੀ ਉਸਨੇ ਪਰਾਇਆ ਰੂਪ ਤੱਕਣਾ ਹੋਵੇ, ਮੇਰ ਤੇਰ ਦੇ ਭਾਵ ਨਾਲ ਵੇਖਣਾ ਹੋਵੇ, ਹੌਲੀ ਹੌਲੀ ਕੀ ਹੁੰਦਾ ਵੀ ਸਰੀਰ ਦੇ ਪੁਰਾਣੇ ਹੋਣ ਨਾਲ ਇੰਦਰੇ ਪੁਰਾਣੇ ਹੋ ਜਾਂਦੇ ਨੇ, ਅੱਖਾਂ ਦੀ ਜੋਤ ਘਟ ਜਾਂਦੀ, ਪਰ ਦਿਮਾਗੀ ਵਾਸ਼ਨਾ ਬੰਦੇ ਦੀ ਜਾਂਦੀ ਨਹੀਂ। ਸਰੀਰ ਦੇ ਇੰਦਰੇ ਜਿਹੜੇ ਹਨ ਉਹ ਸਿਥਲ ਹੋ ਜਾਂਦੇ। ਹੁਣ ਜਿਹਦੀ ਪ੍ਰੈਕਟਿਸ ਹੈ, ਜਿਹੜਾ ਅਭਿਆਸ ਹੈ, ਜੇ ਉਹ ਇਹ ਹੈ ਵੀ ਗਲਤ ਸੁਣਨਾ ਤੁਹਾਡੀ ਖੁਰਾਕ ਬਣ ਗਿਆ, ਤੁਹਾਡੇ ਕੰਨਾਂ ਦੀ ਤਾਕਤ ਭਾਵੇਂ ਘਟ ਜਾਏ ਉਮਰ ਦੇ ਨਾਲ, ਪਰ ਤੁਹਾਡੇ ਅੰਦਰੋਂ ਉਹ ਹਸਰਤ ਨਹੀਂ ਜਾਂਦੀ, ਅੰਦਰ ਦੀ ਉਹ ਵਾਸ਼ਨਾ ਨਹੀਂ ਜਾਂਦੀ। ਜਿਵੇਂ ਕੋਈ ਡਰੱਗ ਲੈਣ ਵਾਲੇ ਬੰਦੇ ਨੂੰ ਡਾਕਟਰ ਅਵੇਅਰ ਕਰ ਦਿੰਦਾ ਹੈ ਕਿ ਤੂੰ ਆਖਰੀ ਸਟੇਜ ਤੇ, ਜੇ ਤੂੰ ਨਹੀਂ ਛੱਡੇਂਗਾ ਤੇ ਤੇਰੇ ਸਰੀਰ ਦੇ ਅੰਦਰੂਨੀ ਪਾਰਟ ਜਿਹੜੇ ਨੇ ਉਹ ਗਲ ਸੜ ਜਾਣਗੇ, ਖਰਾਬ ਹੋਣਗੇ, ਬਿਮਾਰੀਆਂ ਦਾ ਗ੍ਰਸਿਆ ਹੋਏਗਾ ਤੂੰ। ਹੁਣ ਉਸ ਜਾਣਕਾਰੀ ਦੇ ਬਾਵਜੂਦ ਵੀ ਉਹਨੂੰ ਕੁਝ ਨੂੰ ਰੀਅਲਾਈਜ਼ ਹੁੰਦਾ ਹੈ, ਪਤਾ ਲੱਗਦਾ, ਫੀਲ ਹੁੰਦਾ ਵੀ ਮੈਂ ਫਿਜ਼ੀਕਲੀ ਫਿੱਟ ਨਹੀਂ ਹਾਂ ਹੁਣ, ਪਰ ਉਹ ਅੰਦਰ ਜਿਹੜੀ ਖਿੱਚ ਵਾਸ਼ਨਾ ਜਿਹਨੇ ਕੰਟਰੋਲ ਕਰ ਲਿਆ ਦਿਮਾਗ ਨੂੰ, ਸੁਰਤ ਨੂੰ, ਉਸ ਫਿਰ ਵੀ ਉਸ ਨੂੰ ਉਸ ਪਾਸੇ ਲੈ ਕੇ ਜਾਂਦਾ। ਉਹ ਬਿਨਾਂ ਆਪਣੀ ਪਰਵਾਹ ਕੀਤਿਆਂ ਸਭ ਕੁਝ ਆਪਣੇ ਤੇ ਹੰਡਾਉਂਦਾ ਹੋਇਆ ਵੀ ਉਸ ਵਾਸ਼ਨਾ ਦਾ ਬੱਝਾ ਹੋਇਆ ਉਹ ਫਿਰ ਉਸ ਪਾਸੇ ਨੂੰ ਜਾਂਦਾ। ਸਤਿਗੁਰੂ ਨੇ ਇਸ ਦੀਆਂ ਬੜੀਆਂ ਉਦਾਹਰਨਾਂ ਬਾਣੀ ਦੇ ਵਿੱਚ ਦਿੱਤੀਆਂ ਨੇ।
मरकट मुष्टि अनाज की मन बौरा रे, लीनी हाथ पसार, छूटन को संसा परया मन बौरा रे, नाचियो घर घर बार। कालबूत की हस्तनी मन बौरा रे, चलत रचियो जगदीश, काम स्वाए गज बस परे मन बौरा रे, अंकश सह्यो सीस। बहुत सारे ऐसे प्रमाण ने, उदाहरण ने, एग्जाम्पल्स ने। महाराज ने इत्थे भी उही बचन कहा, कहते ने फिर ये रजन का तरीका की है, सैटिस्फैक्शन का जी जी स्टेज है वो इनू किवें मिल सकती। दिन हर कहाँ अगाही, हरि परमेश्वर वाहिगुरु एक आइडियल जीवन ही है जिहड़ा इसनू सबर दे सकता। जिहड़े दुनिया में नहीं रजे वो वड्डे वड्डे दुनिया की सल्तनत मान के भी नहीं रजे, तो जिन्हां ने रजना सी वो बड़ी सादगी विच ही रज गए। इतिहास दोवां बंदियां दी सानू गवाही दिंदा, दोवां बंदियां। मैं एक बिरतांत पढ़िया, इतिहास नूं, इतिहास हुंदा भी किसी घटना का विवरण करना। घटना की है, कित्थे होई, क्यों होई, किवें होई, कदों होई, इस गल का वेरवा। इतिहास नूं समझाउण लई बिरतांत लिखे जांदे ने। जिवें आपां पढ़दे ना किसी दी जीवन बिरतांत, वेरवा, जीवन नूं समझण दा नाल नाल वेरवा भी दिता जाए। कहंदे ने जदों बाबर ने एमनाबाद ते हमला किया, सतगुरु गुरु नानक साहब उत्थे मौजूद सन ते लोकां दे हक विच हा दा नारा मारदिआं जदों फौज आउंदी है, तुहानूं पता है अज भी डैमोक्रेटिक सिस्टम दे विच भी जदों फौजां दी हत्थ कमांड आउंदी है, किन्ने धक्के हुंदे ने जंगां विच, लड़ाइयां विच, जगह जगह दे उत्ते। उन्हां समय च तानाशाह राज सी, बाबर ने हमला किया, पाप की जंज लै काबलों धाया, जोरी मंगै दान वेला लो, शर्म धर्म दोए शब खलोए, कूड़ फिरै प्रधान वेला लो। बाबर दी फौज ने कोहराम मचाया, वड्डे वड्डे घर लुट लै, औरतां दी बेपती कीती, उन्हां दी बेइज्जती कीती, कई लोकां नूं मौत दे घाट उतारिया, बहुतिਆਂ ਨੂੰ कैद कर लिया। जिन्हां नूं कैद किया जाता सी उन्हां नूं आरजी कैंप बना के उहदे च डक दिता जाता। फौज उन्हां दे कोलों अपणियां लोड़ां दी पूर्ति दे काम लैंदी, किसी नूं दाणे पीण वास्ते चक्कियां ते ला देना, किसी नूं पानी ढोण ला देना, किसी नूं सफाई दे काम ला देना, किसी नूं घोड़ियां नूं दाणा पट्ठा, जानी कि उन्हां कोलों वगार कढाउणी, जिन्हों आपां कहंदे नौकरां वाले काम कराउणे। गुलाम बंदा की नहीं करदा अपनी जान बख्शी ले। जदों ओवरऑल सारिਆਂ ਨੂੰ कैद च सुट्टिया जा रहा तो गुरु नानक साहब महाराज ਨੂੰ भी उन्होंने नाल ही अरेस्ट कर लिया, गिरफ्तार कर लिया। उस आरजी कैंप दे विच हाहाकार है, किसी का कोई अपना गवाच गया तो किसी का कोई अपना जख्मी है तो किसी का कोई अपना मारिया गया, किसी का विछोड़ा पै गया, तबाही का मंजर है, दर्दनाक माहौल है, तकलीफ ते करा रहे लोग। जदों उन्हां दी स्रोत कन्नां विच पैंदी है, चंगे भले बंदे दा मन डोल जाता है। ऐसी दर्दनाक, अफसोसनाक, दुखदाई अवस्था विच सतगुरु गुरु नानक साहब सबनां नूं धीरज दे रहे हैं। उस धीरज दे विच, उस सबर दे विच, उस टिका दे विच सबनां नूं महाराज सतगुरु गुरु नानक साहब सच्चे पातशाह अकाल पुरख वाहिगुरू का ध्यान धर के अपने मन को चढ़ती कला विच रखना। तो ये जो सिचुएशन है इनू हुण खिड़े मत्थे हंडाउण वास्ते अंदर जेरा पैदा करना भी हुण हालात बन गए ने, तो इन्हां नूं रो के कट्टण दी बजाय हौसला धरो, की हो सकता है बेहतर, ये सोचण दा समा है। सतगुरु गुरु नानक साहब महाराज की खबर पहुंची आला अफसरान दे कोल कि एक ऐसा फकीर है जिहदे चेहरे ते ना डर है, ना शिकन है, ना भै है। मौत की गिरफ्त विच भी वह दूजिਆਂ ਨੂੰ धीरज दे रहा ते बाबर दीआं नीतियां की आलोचना कर। बिरतांत लिखण वालियां ने लिखिया भी गुरु नानक साहब महाराज नूं बाबर दे सन्मुख सामने लिजाया गया, उन्होंने रस्मी गलबात हुई तो गुरु नानक साहब महाराज उन्होंने बाबर नूं एक गल पुछदे ने, कहंदे ने
ਤੁਸੀਂ ਬੜੀ ਦੂਰ ਤੋਂ ਚੱਲ ਕੇ ਆਏ ਹੋ ਫੌਜ ਸਮੇਤ, ਬੜਾ ਔਖਾ ਪੈਂਡਾ ਕੀਤਾ ਹੈ, ਇੱਥੇ ਆ ਕੇ ਵੀ ਕਿੰਨੀ ਸਖਤ ਮਿਹਨਤ ਕਰਨੀ ਪਈ। ਇੱਕ ਬੰਦਾ ਬੜੀ ਮਿਹਨਤ ਨਾਲ ਘਰ ਬਣਾਉਂਦਾ ਹੈ, ਉਮਰਾਂ ਲੱਗ ਜਾਂਦੀਆਂ ਨੇ। ਇੱਕ ਬੰਦਾ ਉਹਨੂੰ ਢਾਉਣ ਦੇ ਉੱਤੇ ਵੀ ਮਿਹਨਤ ਲਾਉਂਦਾ ਹੈ, ਉਹਨੂੰ ਥੋੜ੍ਹਾ ਸਮਾਂ ਲੱਗਦਾ ਹੈ, ਢਾਹ ਕੇ ਤਬਾਹ ਕਰਕੇ ਉਹ ਚਲਿਆ ਜਾਂਦਾ। ਜ਼ੋਰ ਤਾਂ ਸਮਾਂ ਤੇ ਲਾਉਂਦਾ ਹੈ ਨਾ। ਇੱਕ ਨੂੰ ਬਣਾ ਕੇ ਸੰਤੁਸ਼ਟੀ ਮਿਲਦੀ ਹੈ, ਦੂਜਾ ਉਹਨੂੰ ਢਾਹ ਕੇ ਖੁਸ਼ ਹੁੰਦਾ ਵੀ ਮੈਂ ਧੱਕਾ ਕਰ ਲਿਆ, ਮੈਂ ਆਪਣੀ ਤਾਕਤ ਵਿਖਾ ਲਈ। ਜਿਹੜਾ ਢਾਉਣ ਵਾਲਾ ਉਹ ਇਹ ਪਰਵਾਹ ਨਹੀਂ ਕਰਦਾ ਵੀ ਇਸ ਬੰਦੇ ਦੇ 20 ਸਾਲ ਲੱਗੇ ਮਿਹਨਤ ਕਰਦੇ ਆ, 30 ਸਾਲ ਲੱਗੇ, ਉਹਨੂੰ ਕੋਈ ਇਸ ਗੱਲ ਦੀ ਖਬਰ ਨਹੀਂ ਹੁੰਦੀ। ਉਸ ਵੇਲੇ ਉਹ ਆਪਣੀ ਹਉਮੈ, ਆਪਣੀ ਜੇਦ, ਆਪਣੇ ਹੱਠ ਤੇ ਆਪਣੇ ਹੰਕਾਰ ਦਾ ਹੀ ਇੰਨਾ ਗਰਸਿਆ ਹੁੰਦਾ ਵੀ ਦੂਸਰੇ ਬੰਦੇ ਦੀ ਭਾਵਨਾ ਤੇ ਸੰਵੇਦਨਾ ਦਾ, ਪੀੜਾ ਦਾ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ। ਐਸੀ ਬਿਰਤੀ ਨੂੰ ਆਪਾਂ ਪੱਥਰ ਦਿਲ ਕਹਿੰਦੇ ਹਾਂ। ਸਵਾਰਥੀ ਬੰਦਾ ਪੱਥਰ ਦਿਲ ਹੋਏਗਾ। ਹਜ਼ੂਰ ਨੇ ਉਹਨੂੰ ਪੁੱਛਿਆ ਕਿ ਐ ਬਾਦਸ਼ਾਹ, ਜਦੋਂ ਤੂੰ ਕਾਬਲ ਤੋਂ ਆਇਆ, ਇੱਥੇ ਆ ਕੇ ਤੂੰ ਤਬਾਹੀ ਮਚਾਈ, ਕਬਜ਼ਾ ਕੀਤਾ, ਬੜਾ ਕੁਝ ਕੀਤਾ, ਇੱਕ ਗੱਲ ਦੱਸੋ, ਉੱਥੇ ਤੁਹਾਡੀ ਰੂਟੀਨ ਰੋਜ਼ਮਰਾ ਦੀ ਜ਼ਿੰਦਗੀ ਕੀ ਹੈ? ਤੁਸੀਂ ਖਾਂਦੇ ਕੀ ਹੋ? ਤੁਹਾਡੀ ਖੁਰਾਕ ਕੀ ਹੈ? ਉਹਨੇ ਦੱਸਿਆ ਵੀ ਮੈਂ ਇੰਨਾ ਭੋਜਨ ਖਾਣਾ। ਕਿੰਨਾ ਚਿਰ ਸੌਂਦੇ ਹੋ? ਪਿਆਸ ਨੂੰ ਦੂਰ ਕਰਨ ਲਈ ਕੀ ਪੀਂਦੇ ਹੋ? ਨਾਰਮਲੀ ਜਿਹੜੀਆਂ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਸਰੀਰ ਦੀਆਂ। ਉਹਨੇ ਕਿਹਾ ਇੱਥੇ ਆ ਕੇ ਹੁਣ ਕੀ ਖਾਂਦੇ ਹੋ? ਕਿੰਨਾ ਪਾਣੀ ਪੀਂਦੇ ਹੋ? ਪਾਣੀ ਤੋਂ ਬਿਨਾਂ ਹੋਰ ਪਿਆਸ ਬੁਝਾਉਣ ਲਈ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਕਾਬਲ 'ਚ ਨਹੀਂ ਸੀ, ਇੱਥੇ ਤੁਹਾਨੂੰ ਮਿਲੀ? ਖਾਣ ਲਈ ਉਹ ਕਿਹੜੀ ਚੀਜ਼ ਹੈ ਜਿਹੜੀ ਕਾਬਲ 'ਚ ਨਹੀਂ ਸੀ ਮਿਲਦੀ ਤੁਹਾਨੂੰ, ਤੁਸੀਂ ਭੁੱਖੇ ਰਹਿੰਦੇ ਹੋ, ਤੇ ਇੱਥੇ ਆ ਕੇ ਤੁਹਾਨੂੰ ਕੋਈ ਵੱਖਰੀ ਚੀਜ਼ ਮਿਲੀ ਹੋਵੇ? ਆਖਿਆ ਕੁਝ ਨਹੀਂ, ਮੇਰੀ ਰੂਟੀਨ ਰੋਜ਼ਮਰਾ ਦੀ ਜ਼ਿੰਦਗੀ ਜੋ ਮੈਂ ਉੱਥੇ ਖਾਣਾ ਹੋ ਇੱਥੇ ਖਾਣਾ, ਜੋ ਉੱਥੇ ਪਾਣੀ ਪੀਣਾ ਹੋ ਇੱਥੇ ਪੀਣਾ। ਮਹਾਰਾਜ ਨੇ ਆਖਿਆ ਜੇ ਤੁਹਾਡੀ ਖੁਰਾਕ ਉਹੋ ਹੀ ਹੈ, ਸਰੀਰ ਨੂੰ ਪਾਲਣ ਦੀਆਂ ਓਨੀਆਂ ਕੀ ਤੁਹਾਡੀਆਂ ਚੀਜ਼ਾਂ ਨੇ, ਤੇ ਅੱਲਾਹ ਤਾਲਾ ਨੇ, ਖੁਦਾ ਨੇ ਤੁਹਾਨੂੰ ਕਾਬਲ ਦੀ ਬਾਦਸ਼ਾਹੀ ਦਿੱਤੀ, ਤੁਸੀਂ ਫਿਰ ਵੀ ਨਹੀਂ ਰੱਜੇ। ਹਰ ਬਾਦਸ਼ਾਹ ਆਪਣੇ ਮੁਲਕ ਨੂੰ ਪ੍ਰੋਟੈਕਟ ਕਰਦਾ ਹੈ, ਸੁਰੱਖਿਅਤ ਕਰਦਾ ਹੈ ਤੇ ਆਪਣੀਆਂ ਹੱਦਾਂ ਵਧਾਉਂਦਾ ਹੈ, ਘਟਣ ਨਹੀਂ ਦਿੰਦਾ। ਤੁਸੀਂ ਵੀ ਉਹ ਕਰਦੇ ਹੋ, ਪਰ ਬੇਗੁਨਾਹ ਬੰਦਿਆਂ ਨੂੰ ਮਾਰ ਕੇ, ਮੌਤ ਦੇ ਘਾਟ ਉਤਾਰ ਕੇ, ਤਬਾਹੀ ਬਣਾ ਕੇ, ਸ਼ਹਿਰ ਨੂੰ ਸਾੜ ਕੇ, ਔਰਤਾਂ ਦੀ ਬੇਪਤੀ ਕਰਕੇ, ਮਨੁੱਖਤਾ ਦੇ ਜਿਸਮ ਤੇ ਸਰੀਰ ਤੇ ਇੰਨੇ ਫੱਟ ਲਾਉਣ ਤੋਂ ਬਾਅਦ ਵੀ ਜੇ ਤੁਸੀਂ ਓਨੀ ਰੋਟੀ ਖਾਂਦੇ ਹੋ ਜਿੰਨੀ ਤੁਸੀਂ ਕਾਬਲ 'ਚ ਖਾਂਦੇ ਹੋ, ਸਰੀਰ ਨੂੰ ਜਿੰਨੀ ਲੋੜ ਹੈ ਓਨੀ ਪੂਰੀ ਹੋ ਰਹੀ ਹੈ, ਫਿਰ ਇੰਨੇ ਲੋਕਾਂ ਦਾ ਘਾਣ ਕਰਨ ਦਾ ਕੀ ਮਤਲਬ ਨਿਕਲਿਆ? ਇਹ 'ਚੋਂ ਪ੍ਰਾਪਤੀ ਤੁਹਾਨੂੰ ਕੀ ਹੋਈ ਹੈ? ਦਰਅਸਲ ਤੁਹਾਡੀਆਂ ਲੋੜਾਂ ਨਹੀਂ ਬਦਲੀਆਂ, ਪਰ ਤੁਹਾਡੇ ਅੰਦਰ ਦੀ ਜਿਹੜੀ ਨੀਅਤ ਹੈ, ਜਿਹੜੀ ਤੁਹਾਡੇ ਅੰਦਰ ਤ੍ਰਿਸ਼ਨਾ ਹੈ ਨਾ ਵੀ ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੇਰੇ ਕੋਲ ਹੋਵੇ। ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਆਖਰੀ ਸਮੇਂ ਤੇ ਸਾਰਾ ਖਜ਼ਾਨਾ ਤੱਕਣਾ ਚਾਹੇ, ਮੇਰੇ ਕੋਲ ਖਜ਼ਾਨਾ ਕਿੰਨਾ ਹੈ। ਨਕਸ਼ੇ ਵਿਛਾਏ ਗਏ ਜੀ, ਇੱਥੇ ਇੱਥੇ ਤੁਸੀਂ ਜਿੱਤਾਂ ਹਾਸਲ ਕੀਤੀਆਂ, ਇੱਥੇ ਇੱਥੇ ਨਾ ਰਾਜ ਹੈ, ਆਹ ਫੌਜ ਹੈ, ਸਾਰੀ ਡੀਟੇਲ ਜਿਹੜੀ ਸੀ ਉਹਨੂੰ ਦੱਸੀ ਗਈ। ਬੰਦਾ ਹੈਰਾਨ ਹੋਇਆ ਵੀ ਮੇਰੇ ਕੋਲ ਇੰਨਾ ਕੁਝ ਹੈ, ਪਰ ਮੇਰੇ ਸਾਹ ਮੇਰੇ ਸਰੀਰ ਚੋਂ ਨਿਕਲਦੇ ਜਾ ਰਹੇ ਨੇ, ਸਵਾਸਾਂ ਦੀ ਡੋਰ ਟੁੱਟਦੀ ਜਾ ਰਹੀ, ਹੁਣ ਇਹ ਪਰਾਇਆ ਹੋ ਜਾਏ। ਜੇ ਮੈਂ ਹਾਸਲ ਕੀਤਾ ਸੀ ਉਵੇਂ ਕੋਈ ਦੂਜਾ ਅਗਲਾ ਹਾਸਲ ਕਰ ਲਏਗਾ। ਹੁਣ ਉਹ ਜਿਹੜੀ ਚੀਜ਼ ਹੈ, ਹੁਣ ਜ਼ਰਾ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਸਬਰ ਆਉਣਾ ਸੀ ਉਹਨਾਂ ਨੇ ਬੜੀ ਸਾਦਗੀ ਵਿੱਚ ਹੀ ਜ਼ਿੰਦਗੀ ਨੂੰ ਇੰਜੋਏ ਕੀਤਾ, ਮਾਣਿਆ, ਆਨੰਦ ਲਿਆ। ਉਹ ਸਬਰ ਵਿੱਚ ਰਹੇ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ। ਜਿਨ੍ਹਾਂ ਨੂੰ ਸੈਟਿਸਫੈਕਸ਼ਨ ਨਹੀਂ ਸੀ, ਉਹ ਇੱਕ ਮੁਲਕ ਤੋਂ ਦੂਜੇ ਮੁਲਕ ਤੇ ਹਮਲੇ ਕਰ ਕਰਕੇ ਲੁੱਟਾਂ ਖੋਹਾਂ, ਤਬਾਹੀਆਂ, ਬਰਬਾਦੀਆਂ, ਕਤਲੋ ਗਾਰਤਾਂ, ਜੰਗਾਂ, ਯੁੱਧ, ਸਾਰਾ ਕੁਝ ਉਹਨਾਂ ਆਪਣੀ ਹਯਾਤੀ 'ਚ, ਜ਼ਿੰਦਗੀ 'ਚ ਕੀਤਾ, ਪਰ ਰੱਜੇ ਨਹੀਂ। ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਇੱਕ ਭੁੱਖ ਲੁਕੀ ਹੋਈ ਹੈ ਜਿਹੜੀ ਪੂਰੀ ਨਹੀਂ ਹੁੰਦੀ। ਜੇ ਉਹ 1000 ਸਾਲ ਇਸ ਧਰਤੀ ਤੇ ਰਹਿੰਦੇ ਤੇ ਸ਼ਾਇਦ ਸਾਰਾ ਕੁਝ ਤਬਾਹ ਕਰਕੇ ਉਹ ਇਕੱਲੇ ਹੀ ਰਹਿ ਜਾਂਦੇ, ਜਿੰਨੀ ਪਾਵਰ ਉਹਨਾਂ ਕੋਲ ਜੇ ਬਣੀ ਰਹਿੰਦੀ ਤਾਂ। ਉਹ ਜਿਹੜੀ ਬਿਰਤੀ ਹੈ, ਮਹਾਰਾਜ ਪਾਤਸ਼ਾਹ ਉਹਨੂੰ ਕਹਿੰਦੇ ਨੇ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਔਰ ਇੱਕ ਰੋਗ ਹੈ, ਇਹ ਰੋਗ ਇਕੱਲਾ ਬਾਦਸ਼ਾਹਾਂ ਵਿੱਚ ਨਹੀਂ, ਹਰ ਸਧਾਰਨ ਪ੍ਰਾਣੀ ਦੇ ਵਿੱਚ ਹੈ। ਜਦੋਂ ਕੋਈ ਕਿਸੇ ਦਾ ਹੱਕ ਮਾਰਦਾ ਤੇ ਇਸ ਰੋਗ ਕਰਕੇ ਹੀ ਮਾਰਦਾ। ਜਦੋਂ ਕੋਈ ਕਿਸੇ ਦੂਜੀ ਚੀਜ਼ ਲਈ ਤਰਸਦਾ ਰਹਿੰਦਾ, ਆਪਣੇ ਅੰਦਰੋਂ ਤਰਸੇਵਾਂ ਪੈਦਾ ਕਰਕੇ,
ਆਪਣੇ ਮਨ ਨੂੰ ਪਰੇਸ਼ਾਨ ਕਰਦਾ ਰਹਿੰਦਾ, ਆਪਣੇ ਆਪ ਵਿੱਚ ਹੀ, ਤੇ ਇਸ ਬਿਮਾਰੀ ਕਰਕੇ ਕਰਦਾ। ਇਸ ਵਾਸਤੇ ਜੋ ਨਹੀਂ ਹੈ, ਜੋ ਅਵੇਲੇਬਲ ਨਹੀਂ, ਉਹਦੀ ਚਿੰਤਾ ਵਿੱਚ ਜਦੋਂ ਬੰਦਾ ਗ੍ਰਸਿਆ ਤੇ ਇਸ ਰੋਗ ਦੀਆਂ ਨਿਸ਼ਾਨੀਆਂ ਨੇ, ਇਸ ਬਿਮਾਰੀ ਦੀਆਂ ਨਿਸ਼ਾਨੀਆਂ ਨੇ। ਤਾਂ ਪਾਤਸ਼ਾਹ ਜੀ ਕੁਝ ਉਪਦੇਸ਼ ਦੇ ਰਹੇ ਨੇ। ਬਾਬਾ ਫਰੀਦ ਸਾਹਿਬ ਸੂਫੀ ਮਹਾਂਪੁਰਖਾਂ ਦੀ ਜ਼ਿੰਦਗੀ ਵਿੱਚ ਸਬਰ ਬੜਾ ਅਹਿਮ ਗੁਣ ਹੈ। ਉਹ ਕਹਿੰਦੇ ਸਨ, ਉਹਨਾਂ ਨੂੰ ਕੋਈ ਦੌਲਤ ਵੀ ਭੇਟ ਕਰਦਾ, ਉਹ ਕਹਿੰਦੇ ਸਾਡੇ ਕਿਸ ਕੰਮ ਦੀ ਹੈ, ਸਾਡਾ ਜੋ ਗੁਜ਼ਾਰਾ ਉਹ ਠੀਕ ਹੈ, ਤੁਸੀਂ ਆਪਣਾ ਰਾਹ ਤਲਾਸ਼ੋ, ਸਾਡਾ ਰਸਤਾ ਨਹੀਂ। ਮੈਂ ਹੈਰਾਨ ਹੁੰਦਾ, ਬੜੇ ਵੱਡੇ ਵੱਡੇ ਬਾਦਸ਼ਾਹਾਂ ਨੇ ਆਪਣੀਆਂ ਬੇਟੀਆਂ ਦੇ ਰਿਸ਼ਤੇ ਫਕੀਰਾਂ ਨਾਲ ਕੀਤੇ, ਪਰ ਕੋਈ ਉੱਚੀ ਪਦਵੀ ਬਾਬਾ ਸ਼ੇਖ ਫਰੀਦ ਸਾਹਿਬ ਵਰਗੇ ਫਕੀਰਾਂ ਨੇ ਏਡੇ ਵੱਡੇ ਵੱਡੇ ਬਾਦਸ਼ਾਹਾਂ ਨਾਲ ਸਾਂਝ ਹੋਣ ਦੇ ਬਾਵਜੂਦ ਕੋਈ ਪਦਵੀ ਨਹੀਂ ਲਈ, ਕੋਈ ਮਾਣ ਸਨਮਾਨ ਨਹੀਂ ਲਿਆ। ਬਸ ਜੋ ਪਹਿਨਦੇ ਸਨ ਉਹੀ ਰੱਖਿਆ, ਜੋ ਖਾਂਦੇ ਸਨ ਓਨੀ ਲੋੜ ਰੱਖੀ, ਜਿੰਨਾ ਥਾਂ ਤੇ ਰਹਿੰਦੇ ਸਨ ਉਹਨੂੰ ਉਵੇਂ ਹੀ ਰਹਿਣ ਦਿੱਤਾ। ਨਹੀਂ ਤਾਂ ਅਮੀਰ ਬੰਦੇ ਨਾਲ ਸਾਂਝ ਹੋਵੇ ਤੇ ਬੰਦਾ ਅੰਦਰ ਭੁੱਖ ਪਾੜਦਾ ਵੀ ਮੈਨੂੰ ਵੀ ਇਹ ਮਿਲ ਜਾਏ, ਥੋੜ੍ਹਾ ਮਿਲ ਜਾਏ, ਮੇਰਾ ਵੀ ਸਟੇਟਸ ਥੋੜ੍ਹਾ ਸਮਾਜ 'ਚ ਉੱਚਾ ਹੋ ਜਾਏ। ਧਾਰਮਿਕ ਜਗਤ ਵਿੱਚ, ਮਜ਼ਹਬੀ ਅਦਾਰਿਆਂ ਵਿੱਚ ਵੀ ਇਸ ਤਰ੍ਹਾਂ ਹੁੰਦਾ। ਕਾਜ਼ੀ ਪੋਲੀਟੀਕਲ ਲੋਕਾਂ ਨੇ ਖਰੀਦ ਲਏ, ਪੰਡਤ ਪੋਲੀਟੀਕਲ ਲੋਕਾਂ ਨੇ, ਸਾਰੇ ਧਾਰਮਿਕ ਬੰਦੇ ਹੀ ਸਨ, ਤਾਂ ਮਜ਼ਹਬ ਦੀ ਦੁਨੀਆ 'ਚ ਵਿਚਰਦੇ, ਘੱਟ ਸਾਡੇ ਵਾਲੇ ਵੀ ਨਹੀਂ। ਪਰ ਸੂਫੀ ਫਕੀਰਾਂ ਨੂੰ ਬਾਦਸ਼ਾਹ ਬੜਾ ਸਤਿਕਾਰ ਦੇ, ਵੱਡੀਆਂ ਪਦਵੀਆਂ ਵਾਲੇ, ਪਰ ਮਜਾਲ ਹੈ ਇੱਕ ਟਕੇ ਦੀ ਵੀ ਰਵਾਦਾਰੀ ਰੱਖੀ ਹੋਵੇ। ਇਹ ਸਬਰ ਉਹਨਾਂ ਜ਼ਿੰਦਗੀ 'ਚ ਹੰਢਾਇਆ ਸੀ। ਤੋ ਬੜੇ ਪਿਆਰੇ ਬੋਲ ਕਹਿਣ ਲੱਗੇ, ਸਬਰ ਮੰਝ ਕਹਿੰਦੇ ਨੇ ਵਿੱਚ, ਮਨ ਵਿੱਚ ਸਬਰ ਹੋਵੇ। ਹੁਣ ਜਦੋਂ ਕਿਸੇ ਸ਼ਿਕਾਰੀ ਨੇ ਸ਼ਿਕਾਰ ਕਰਨਾ ਹੈ ਨਾ, ਪਹਿਲਾਂ ਉਹਦੇ ਕੋਲ ਕਮਾਨ ਹੁੰਦੀ ਹੈ, ਕਮਾਨ ਦੇ ਅਗਲੇ ਪਾਸੇ ਜਿਹੜੀ ਡੋਰੀ ਲੱਗੀ ਉਹਨੂੰ ਚਿੱਲਾ ਕਹਿੰਦੇ, ਚਿੱਲਾ। ਤੰਦ ਵੀ ਕਹਿੰਦੇ ਉਹਨੂੰ, ਤੰਦੀ ਵੀ ਕਹਿ ਦਿੰਦੇ ਨੇ। ਤੀਜੀ ਚੀਜ਼ ਹੈ ਤੀਰ। ਤੀਰ ਨੂੰ ਉਹਦੇ ਉੱਤੇ ਟਿਕਾ ਕੇ ਤੰਦੀ ਦੇ ਵਿੱਚ ਫਸਾ ਕੇ ਤੰਦ ਨੂੰ ਖਿੱਚਿਆ ਜਾਂਦਾ ਜ਼ੋਰ ਨਾਲ, ਤੀਰ ਛੱਡਿਆ ਜਾਂਦਾ ਤੇ ਫਿਰ ਉਹ ਨਿਸ਼ਾਨੇ ਤੇ ਲੱਗਦਾ। 3 ਵਾਕ ਕਹੇ ਬਾਬਾ ਫਰੀਦ ਸਾਹਿਬ ਨੇ, ਸਬਰ ਮੰਝ ਕਮਾਨ। ਤੁਹਾਡੇ ਮਨ 'ਚ ਜੇ ਸਬਰ ਹੈ ਤੇ ਸਮਝੋ ਤੁਹਾਡੇ ਕੋਲ ਕਮਾਨ ਹੈ। ਇਹ ਸਬਰ ਕਾ ਨਹੀਂ ਹੋਣੋ। ਜੇ ਤੁਸੀਂ ਸਬਰ ਦੀ ਪ੍ਰੈਕਟਿਸ ਕਰਦੇ ਹੋ, ਸਬਰ ਦਾ ਅਭਿਆਸ ਵੀ ਕਰਦੇ ਹੋ, ਤੇ ਸਮਝੋ ਤੁਸੀਂ ਕਮਾਨ ਨੂੰ ਤੰਦੀ ਪਾ ਲਈ। ਸਬਰ ਸੰਦਾ ਬਾਣ। ਤੇ ਜੇ ਤੁਸੀਂ ਇਸ ਗੱਲ ਦੇ ਉੱਤੇ ਸੁਚੇਤ ਹੋ ਰਹੇ ਹੋ ਵੀ ਸਬਰ ਦੀ ਭਾਵਨਾ ਅੰਦਰੋਂ ਮੱਧਮ ਨਹੀਂ ਪੈਣੀ ਚਾਹੀਦੀ, ਘਟਣੀ ਨਹੀਂ ਚਾਹੀਦੀ, ਤੇ ਸਮਝੋ ਤੁਸੀਂ ਉਸ ਕਮਾਨ ਦੇ ਚਿੱਲੇ ਤੇ ਤੀਰ ਚੜ੍ਹ ਲਿਆ। ਖਾਲਕ ਖਤਾ ਨਾ ਕਰੀ। ਅੱਲਾਹ ਤਾਲਾ, ਖੁਦਾ, ਪਰਮੇਸ਼ਰ, ਵਾਹਿਗੁਰੂ ਤੁਹਾਡਾ ਨਿਸ਼ਾਨਾ ਖੁੰਝਣ ਨਹੀਂ ਦੇਵੇਗਾ। ਜਾਨੀ ਕਿ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਜੀਵਨ ਦੇ 3 ਪਹਿਲੂਆਂ ਵਿੱਚ ਜੇ ਤੁਸੀਂ ਸਬਰ ਵਾਲੇ ਹੋ, ਮਨ ਕਰਕੇ ਵੀ, ਬਚਨ ਕਰਕੇ ਵੀ, ਕਿਉਂਕਿ ਸਾਡੀ ਪਰਸਨੈਲਿਟੀ ਦੇ 3 ਹਿੱਸੇ ਨੇ, ਮਨ ਕਰਕੇ, ਬਚਨ ਕਰਕੇ, ਕਰਮ। ਕਰਮ ਕਹਿੰਦੇ ਹਾਂ ਅਸੀਂ ਪ੍ਰੈਕਟਿਸ, ਜੋ ਅਸੀਂ ਵਿਹਾਰ ਕਰਦੇ। ਸਾਡੇ ਵਿਹਾਰ ਵਿੱਚ ਵੀ ਸਬਰ ਦਾ ਭਾਵ ਹੋਵੇ, ਸਾਡੇ ਮਨ ਅੰਦਰ ਖਿਆਲਾਤ ਵੀ ਸਬਰ ਵਾਲੇ ਹੋਣ, ਸਾਡੀ ਬੋਲ ਬਾਣੀ ਵਿੱਚ ਵੀ ਸੰਜਮ ਹੋਵੇ, ਸਬਰ ਹੋਵੇ। ਕਹਿੰਦੇ ਨੇ ਸਮਝੋ ਵੀ ਤੁਸੀਂ ਪਰਫੈਕਟ ਨਿਸ਼ਾਨੇਬਾਜ਼ ਹੋ। ਫਿਰ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਕਰਨਾ ਤੁਹਾਡੇ ਲਈ ਕਠਿਨ ਨਹੀਂ, ਤੁਹਾਡੇ ਲਈ ਔਖਾ ਨਹੀਂ, ਫਿਰ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ। ਮੈਨੂੰ ਇੱਕ ਕਹਾਣੀ ਯਾਦ ਆਈ। ਇੱਕ ਮਿਊਜ਼ੀਅਮ ਦੇ ਵਿੱਚ ਬੜੇ ਸੋਹਣੇ ਬੁੱਤ ਲੱਗੇ ਸਨ ਪੱਥਰ ਦੇ। ਬੁੱਤ ਤਰਾਸ਼ਣਾ ਵੀ ਇੱਕ ਕਲਾ ਹੈ, ਲੋਕ ਬੁੱਤ ਪੂਜਣ ਲੱਗ ਪਏ, ਪਰ ਬੇਸਿਕਲੀ ਇੱਕ ਕਲਾ ਹੈ, ਬੜੀ ਵੱਡੀ ਕਲਾ। ਇੱਕ ਬੇਜਾਨ ਅਣਘੜਤ ਪੱਥਰ ਨੂੰ ਤਰਾਸ਼ਣਾ ਤੇ ਉਹਨੂੰ ਫਿਰ ਇੱਕ ਰੂਪ ਦੇਣਾ। ਕਹਿੰਦੇ ਨੇ ਪੌੜੀਆਂ ਵੀ ਜਿਹੜੀਆਂ ਸਾਨੂੰ ਪੱਥਰਾਂ ਦੀਆਂ ਬਣੀਆਂ ਉਸ ਮਿਊਜ਼ੀਅਮ ਦੀਆਂ, ਤੇ ਪੌੜੀਆਂ ਵਿੱਚ ਪਏ ਹੋਏ ਪੱਥਰ ਨੇ ਅੰਦਰ ਪਏ ਹੋਏ ਪੱਥਰ ਨੂੰ ਪ੍ਰਸ਼ਨ ਕੀਤਾ। ਹਾਲਾਂਕਿ ਪੱਥਰ ਬੋਲਦੇ ਨਹੀਂ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਐਸੇ, ਪਰ ਇੱਕ ਪ੍ਰਤੀਕ ਹੁੰਦਾ, ਗੱਲ ਸਮਝਾਉਣ ਲਈ ਕਹਾਣੀ ਹੁੰਦੀ। ਕਹਿਣ ਲੱਗਿਆ ਮੈਂ ਵੀ ਇੱਕ ਪੱਥਰ ਹਾਂ, ਮੇਰੇ ਤੇ ਲੋਕ ਪੈਰ ਰੱਖ ਕੇ ਜਾਂਦੇ ਨੇ, ਤੂੰ ਵੀ ਇੱਕ ਪੱਥਰ ਹੈ।
ਤੈਨੂੰ ਲੋਕ ਵੇਖਣ ਵਾਸਤੇ ਆਉਂਦੇ ਨੇ, ਤੈਨੂੰ ਵੇਖਣ ਵਾਸਤੇ ਆਉਂਦੇ ਨੇ, ਤੇ ਮੇਰੀ ਹਿੱਕ ਤੇ ਚੜ੍ਹ ਕੇ ਪੱਥਰ ਦੇ ਉੱਤੇ ਪੈਰ ਰੱਖ ਕੇ ਮੇਰੇ ਉੱਤੇ ਫਿਰ ਅੰਦਰ ਜਾ, ਮੇਰੇ ਵੱਲ ਕੋਈ ਤੱਕਦਾ ਨਹੀਂ। ਹੈ ਤੇ ਤੂੰ ਵੀ ਪੱਥਰ ਹੀ ਨਾ, ਹੈ ਮੈਂ ਵੀ ਪੱਥਰ ਹੀ। ਉਹ ਅੰਦਰ ਦੇ ਪੱਥਰ ਨੇ, ਇਹ ਉਹਦੇ ਵੱਲੋਂ ਲਿਖਾਰੀ ਨੇ ਜਵਾਬ ਲਿਖਿਆ। ਕਹਿਣ ਲੱਗਾ ਦਰਅਸਲ ਗੱਲ ਇਹ ਹੈ, ਤੂੰ ਹੈ ਅਨਘੜਤ, ਬੇਢੰਗਾ, ਤੈਨੂੰ ਜ਼ਮੀਨ ਤੇ ਵਿਛਾ ਲਿਆ ਗਿਆ ਤੇ ਲੋਕ ਤੇਰੇ ਤੋਂ ਲੰਘਦੇ। ਮੈਂ ਹਾਂ ਘੜਿਆ ਹੋਇਆ। ਜਦੋਂ ਮੈਨੂੰ ਘੜ ਰਿਹਾ ਸੀ ਨਾ ਬੁੱਤ ਤਰਾਸ਼, ਇੱਕ ਤਾਂ ਮੈਂ ਆਪਣੇ ਹਿੱਸੇ ਕੱਟਣ ਦਿੱਤੇ ਉਹਨੂੰ, ਉਹਨੇ ਮੈਨੂੰ ਤਰਾਸ਼ਿਆ, ਉਹਨੇ ਸਬਰ ਰੱਖਿਆ। ਉਹਦੇ ਦਿਮਾਗ ਵਿੱਚ ਇੱਕ ਸੂਰਤ ਸੀ, ਉਹਨੇ ਆਪਣੇ ਦਿਮਾਗ ਵਿੱਚ ਇੱਕ ਤਸਵੀਰ ਘੜੀ ਹੋਈ ਸੀ, ਇਮੇਜ ਤਿਆਰ ਕੀਤੀ ਉਹਨੇ, ਉਹੋ ਜਿਹੀ ਮੈਨੂੰ ਘੜਿਆ ਤੇ ਬੜੇ ਸਬਰ ਨਾਲ ਉਹਨੇ ਮੇਰੇ ਵਾਧੂ ਹਿੱਸੇ ਛਾਂਗ ਕੇ, ਛਿੱਲ ਕੇ, ਹਥੌੜੀ ਛੈਣੀ ਨਾਲ ਲਾ ਕੇ, ਸਬਰ ਉਹਨੇ ਵੀ ਬੜਾ ਰੱਖਿਆ ਤੇ ਸਬਰ ਮੈਂ ਵੀ ਬੜਾ ਰੱਖਿਆ। ਸਬਰ ਦੀ ਕਰਾਮਾਤ ਇਹ ਹੋਈ ਵੀ ਉਹ ਕਾਲਾ ਨਹੀਂ ਪਿਆ। ਮੈਨੂੰ ਘੜਦਿਆਂ ਉਹਨੇ ਬੜੇ ਧਿਆਨ ਨਾਲ, ਬੜੇ ਹੌਲੀ ਹੌਲੀ, ਬੜੇ ਤਰੀਕੇ ਨਾਲ ਮੈਨੂੰ ਤਰਾਸ਼ਿਆ। ਤੇ ਮੈਂ ਤੇ ਕਾਲੇ ਪੈਣਾ ਹੀ ਕੀ ਸੀ, ਮੈਂ ਤਾਂ ਪੱਥਰ ਸਾਂ। ਮੇਰੇ ਹਿੱਸੇ ਉਹ ਤਰਾਸ਼ਦਾ ਰਿਹਾ ਤੇ ਮੈਂ ਵੀ ਸਬਰ ਰੱਖਿਆ ਵੀ ਕੁਝ ਤੇ ਆਪਣੀ ਕਲਾ ਵਰਤਾਏਗਾ। ਉਹਨੇ ਮੈਨੂੰ ਘੜ ਲਿਆ ਤੇ ਮੇਰੇ ਚੋਂ ਬੜਾ ਸੋਹਣਾ ਰੂਪ ਨਿਕਲ ਆਇਆ। ਕਹਿਣ ਲੱਗਿਆ ਸਾਡੇ ਤੇ ਸਬਰ ਦਾ ਇਮਤਿਹਾਨ ਹੋਇਆ ਤੇ ਕਲਾਕਾਰ ਬੇਜਾਨ ਪੱਥਰ ਨੂੰ ਘੜ ਕੇ ਉਹਦੀ ਆਭਾ ਬਣ ਗਈ, ਉਹਦੀ ਮਸ਼ਹੂਰੀ ਹੋ ਗਈ। ਲੋਕ ਉਹਦੇ ਹੱਥ ਚੁੰਮਣ ਆਉਂਦੇ ਨੇ, ਉਹਦੇ ਆਟੋਗ੍ਰਾਫ ਲੈਣ ਆਉਂਦੇ ਨੇ। ਤੇ ਮੈਨੂੰ ਬੇਜਾਨ ਬੰਦੇ ਨੂੰ, ਮੈਨੂੰ ਬੇਜਾਨ ਪੱਥਰ ਨੂੰ, ਅਣਘੜਤ ਪੱਥਰ ਨੂੰ ਇੱਕ ਸੂਰਤ ਮਿਲ ਗਈ, ਮੈਨੂੰ ਦੁਨੀਆ ਵੇਖਣ ਆਉਂਦੀ ਹੈ। ਸਾਡੇ ਉੱਤੇ ਕਲਾ ਵਰਤੀ ਸਬਰ ਦੀ, ਤੇਰੇ ਉੱਤੇ ਉਹ ਕਲਾ ਨਹੀਂ ਵਰਤੀ। ਜਿਸ ਦਿਨ ਤੇਰੇ ਉੱਤੇ ਵੀ ਸਬਰ ਦੀ ਕਲਾ ਵਰਤ ਗਈ, ਦੁਨੀਆ ਤੈਨੂੰ ਵੀ ਤੱਕੇਗੀ, ਤੈਨੂੰ ਵੀ ਵੇਖੇਗੀ। ਇਹ ਸੰਸਾਰ ਅੰਦਰ ਤ੍ਰਿਸ਼ਨਾਲੂ ਮਨੁੱਖ ਸੰਸਾਰ ਦੇ ਜੀਵਾਂ ਨੂੰ ਸੇਧ ਨਹੀਂ ਦਿੰਦਾ, ਸਬਰ ਵਾਲਾ ਸੇਧ ਦਿੰਦਾ ਹੈ, ਸੰਤੋਖ ਵਾਲਾ ਸੇਧ ਦਿੰਦਾ। ਮਹਾ ਸੰਤੋਖ ਹੋਵੇ ਗੁਰ ਬਚਨੀ, ਜਿਹਨੂੰ ਆਪਾਂ ਕਹਿੰਦੇ ਪੇਸ਼ੈਂਸ ਰੱਖਣੀ, ਧੀਰਜ ਰੱਖਣਾ, ਟਿਕਾਓ ਰੱਖਣਾ। ਅਸੀਂ ਅਣਘੜਤ ਮਨੁੱਖ ਹਾਂ। ਸਤਿਗੁਰੂ ਉਹ ਮਹਾਨ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਕਲਾ ਨਾਲ, ਆਪਣੇ ਸ਼ਬਦ ਨਾਲ ਸਾਨੂੰ ਘੜਨਾ ਹੈ। ਜੇ ਅਸੀਂ ਪੇਸ਼ੈਂਸ ਰੱਖ ਗਏ ਤੇ ਗੁਰੂ ਦੇ ਬਚਨਾਂ ਨਾਲ ਸਾਡੇ ਜੀਵਨ 'ਚ ਧੀਰਜ ਨਾਲ, ਸਬਰ ਨਾਲ, ਸੰਤੋਖ ਨਾਲ ਆਤਮਿਕ ਜੀਵਨ ਰੂਪਮਾਨ ਹੋ ਜਾਏ। ਤੋ ਹਜ਼ੂਰ ਫਰਮਾਉਂਦੇ ਹਨ, ਸਬਰ ਅੰਦਰ ਸਾਬਰੀ ਤਨ ਈਵੇਂ ਜਾਲੇਨ, ਹੋਨ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੈ ਦੇਨ। ਸਾਬਰੀ ਦਾ ਮਤਲਬ ਹੁੰਦਾ ਹੈ ਸਬਰ ਰੱਖਣ ਵਾਲੇ, ਸੰਤੋਖੀ, ਧੀਰਜਵਾਨ, ਪੇਸ਼ੈਂਸ ਰੱਖਣ ਵਾਲੇ ਮਨੁੱਖ। ਕਹਿੰਦੇ ਨੇ ਜਿਹੜੇ ਸਬਰ ਵਾਲੇ ਨੇ ਨਾ, ਉਹ ਸਬਰ ਵਿੱਚ ਹੀ ਤਪ ਕਰ, ਉਹਨਾਂ ਦਾ ਸਬਰ ਰੱਖਣਾ ਹੀ ਉਹਨਾਂ ਦਾ ਤਪ ਹੈ। ਉਹਨਾਂ ਕੋਲ ਪੁੱਠੇ ਲਟਕ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਤਪ ਨਹੀਂ ਕਰਨਾ ਪੈਂਦਾ। ਉਹਨਾਂ ਦਾ ਤਪ ਕੀ ਹੈ? ਤ੍ਰਿਸ਼ਨਾ ਦੇ ਰੋਗ ਤੋਂ ਆਪਣੇ ਸੁਰਤ ਨੂੰ ਬਚਾ ਕੇ, ਇਹ ਵੱਡਾ ਤਪ ਹੈ। ਸਬਰ ਅੰਦਰ ਸਾਬਰੀ ਤਨ ਇਵੇਂ ਜਾਲੇਨ, ਉਹ ਆਪਣੇ ਤਨ ਨੂੰ ਇਵੇਂ ਢਾਲਦੇ ਨੇ, ਸਾੜਦੇ ਨੇ, ਭਾਵ ਇਹ ਅਸਲ ਤਪ ਕਰਦੇ ਨੇ, ਇਹ ਮਸ਼ੱਕਤ ਘਾਲਦੇ ਨੇ ਵੀ ਉਹ ਸਬਰ ਦਾ ਅਭਿਆਸ ਕਰਦੇ ਨੇ। ਹੋਣ ਨਜ਼ੀਕ ਖੁਦਾਏ ਦਾ, ਇਸ ਗੁਣ ਕਰਕੇ ਉਹ ਖੁਦਾ ਦੇ ਨੇੜੇ ਹੋ ਜਾਂਦੇ, ਰੱਬ ਦੇ ਪਿਆਰੇ ਬਣ ਜਾਂਦੇ ਨੇ। ਭੇਤ ਨਾ ਕਿਸੇ ਦੇ, ਉਹ ਦੁਨੀਆ ਸਾਹਮਣੇ ਭੁੱਖ ਦੀਆਂ ਗੱਲਾਂ ਨਹੀਂ ਕਰਦੇ। ਜਿਹਨੂੰ ਆਪਾਂ ਕਹਿੰਦੇ ਨਾ ਬੰਦਾ ਅੰਦਰ ਦੀ ਨੀਅਤ ਦਾ ਵਿਖਾਲਾ ਕਰਦਾ ਫਿਰਦਾ, ਉਹ ਕਿਸੇ ਸਾਹਮਣੇ ਉਲਾਂਭੇ ਨਹੀਂ ਦਿੰਦੇ, ਮੈਨੂੰ ਆਹ ਨਹੀਂ ਮਿਲਿਆ, ਆਹ ਨਹੀਂ ਜੁੜਿਆ, ਆਹ ਨਹੀਂ ਹਾਸਲ ਹੋਇਆ, ਆਹ ਨਹੀਂ। ਇਹਦਾ ਮਤਲਬ ਹੈ ਉਹ ਅੰਦਰੋਂ ਸੈਟਿਸਫਾਈ ਨਹੀਂ। ਇਹ ਬੰਦਾ ਗੱਲ ਉਦੋਂ ਹੀ ਕਹਿੰਦਾ ਜਦੋਂ ਉਹਦੇ ਅੰਦਰ ਕਾਹਲ ਪੈਂਦੀ ਹੈ ਵੀ ਮੇਰੇ ਕੋਲ ਆਹ ਕਿਉਂ ਨਹੀਂ ਹੈ, ਕਿਉਂ ਨਹੀਂ ਹੈ। ਜੋ ਹੈ ਉਹਨੂੰ ਉਹ ਭੁੱਲ ਹੀ ਜਾਂਦਾ। ਉਹ ਕਿਸੇ ਦੇ ਸਾਹਮਣੇ ਆਪਣੇ ਅੰਦਰ ਦੀ ਭੁੱਖ ਦਾ ਇਜ਼ਹਾਰ ਨਹੀਂ ਕਰਦੇ, ਕਿਉਂਕਿ ਉਹ ਅੰਦਰੋਂ ਭੁੱਖੇ ਹੁੰਦੇ ਹੀ ਨਹੀਂ, ਉਹ ਰੱਜੇ ਹੋਏ ਹੁੰਦੇ। ਮੈਂ ਕਥਾ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਸਿੱਖਿਆਦਾਇਕ ਹੈ। ਸਿਕੰਦਰ ਬਗੀਚੇ ਵਿੱਚ ਟਹਿਲ ਰਿਹਾ, ਮਿਸਰ ਦਾ
ਬਾਦਸ਼ਾਹ ਸੀ, ਇਹਨੇ ਬਹੁਤ ਦੂਰ ਤੱਕ ਮਾਰ ਕੀਤੀ, ਕਈ ਮੁਲਕ ਜਿੱਤੇ। ਬਗੀਚੇ ਵਿੱਚ ਟਹਿਲ ਰਿਹਾ ਹੈ, ਟਹਿਲਦਿਆਂ ਟਹਿਲਦਿਆਂ ਇਹਦੀ ਨਜ਼ਰ ਇੱਕ ਫਕੀਰ ਦੇ ਉੱਤੇ ਪਈ। ਉਹ ਫਕੀਰ ਇੱਕ ਕੰਧ ਨਾਲ ਲਾ ਕੇ ਧੁੱਪ ਸੇਕ ਰਿਹਾ ਤੇ ਨਾਲ ਦੀ ਨਾਲ ਉਹ ਆਪਣੀ ਗੋਦੜੀ ਜਿਹੜੀ ਹੈ, ਟਾਕੀਆਂ ਦਾ ਚੋਲਾ ਜਿਹੜਾ ਉਹਨੂੰ ਸੀ ਰਿਹਾ। ਇਹ ਟਹਿਲਦਾ ਟਹਿਲਦਾ ਉਹਦੇ ਕੋਲ ਚਲਾ ਗਿਆ, ਉਹਦੇ ਕੋਲ ਦੀ ਲੰਘਿਆ। ਉਹਨੇ ਅੱਖ ਭਰ ਕੇ ਇਹਦੇ ਵੱਲ ਵੇਖਿਆ ਨਹੀਂ ਕਿ ਕੋਈ ਅਮੀਰ ਜਾਂ ਤਕੜਾ ਆਦਮੀ, ਜਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਵੀ ਅਣਗੌਲਿਆਂ ਤੇ ਅਣਡਿੱਠ ਕਰ ਦੇਣਾ ਕਿਸੇ ਨੂੰ। ਸਿਕੰਦਰ ਦੇ ਅੰਦਰ ਦੀ ਈਗੋ ਹਰਟ ਹੋਈ, ਹਉਮੈ ਨੂੰ ਸੱਟ ਵੱਜੀ ਤੇ ਉਹਨੇ ਉਹਨੂੰ ਸਾਹਮਣੇ ਖਲੋ ਕੇ, ਬਿਲਕੁਲ ਸਾਹਮਣੇ ਉਹਨੂੰ ਕਹਿਣ ਲੱਗਿਆ, ਐ ਫਕੀਰ ਤੂੰ ਮੈਨੂੰ ਜਾਣਦਾ ਨਹੀਂ? ਜਦੋਂ ਉਹਨੇ ਇੱਕ ਦੋ ਵਾਰ ਫਿਰ ਕਿਹਾ, ਬੇਧਿਆਨੀ ਫਕੀਰ ਨੇ ਵਿਖਾਈ, ਉਹ ਆਪਣੀ ਗੋਦੜੀ ਸੀ ਰਿਹਾ ਸੀ। ਪਹਿਲੀ ਗੱਲ ਉਹਨੇ ਕਹੀ, ਮੈਨੂੰ ਇਹ ਗੱਲ ਦੱਸਣ ਤੋਂ ਪਹਿਲਾਂ ਤੂੰ ਇੱਕ ਪਾਸੇ ਹੋ ਕੇ ਖਲੋ, ਮੈਂ ਨਿੱਘ ਮਾਣ ਰਿਹਾ ਹਾਂ ਧੁੱਪ ਦਾ ਤੇ ਤੂੰ ਵਿਚਕਾਰ ਰੁਕਾਵਟ ਬਣ ਕੇ ਖਲੋ ਗਿਆ, ਇੱਕ ਪਾਸੇ ਹੋ। ਸਿਕੰਦਰ ਨੂੰ ਲੱਗਿਆ ਬੜਾ ਬਦਤਮੀਜ਼ ਹੈ, ਇਹਨੂੰ ਬੋਲਣ ਦੀ ਵੀ, ਇਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੱਡਾ ਵੱਡਾ ਆਦਮੀ, ਮੇਰੇ ਨਾਲ ਕਿਸ ਲਹਿਜੇ 'ਚ ਗੱਲ ਕਰਦਾ। ਫਿਰ ਉਹਨੂੰ ਕਿਹਾ, ਤੈਨੂੰ ਪਤਾ ਮੈਂ ਕੌਣ ਹਾਂ? ਫਕੀਰ ਨੇ ਬੜੀ ਬੇਪਰਵਾਹੀ 'ਚ ਕਿਹਾ, ਮੈਨੂੰ ਤਾਂ ਨਹੀਂ ਪਤਾ, ਤੂੰ ਖੁਦ ਹੀ ਦੱਸ ਦੇ। ਕਹਿਣ ਲੱਗਿਆ, ਮੈਂ ਸਿਕੰਦਰ ਹਾਂ, ਯੂਨਾਨ ਦਾ ਬਾਦਸ਼ਾਹ। ਕਹਿਣ ਲੱਗਿਆ, ਅੱਛਾ ਕੀ ਕੰਮ ਹੈ ਤੈਨੂੰ? ਹੁਣ ਸਿਕੰਦਰ ਹੋਰ ਬੇਚੈਨ ਹੋ ਰਿਹਾ ਹੈ ਕਿ ਹੱਦ ਹੋ ਗਈ, ਇਹਨੂੰ ਮੈਂ ਦੱਸ ਰਿਹਾ ਮੈਂ ਯੂਨਾਨ ਦਾ ਬਾਦਸ਼ਾਹ, ਮੈਨੂੰ ਪੁੱਛਦਾ ਤੈਨੂੰ ਕੰਮ ਕੀ ਹੈ? ਨਾ ਇਹ ਉੱਠਿਆ, ਨਾ ਇਹਨੇ ਚੱਜ ਨਾਲ ਗੱਲ ਕੀਤੀ, ਨਾ ਇਹਨੇ ਕੋਈ ਅੱਗੋਂ ਇਸ ਤਰ੍ਹਾਂ ਦਾ ਸਤਿਕਾਰ ਦਾ ਭਾਵ ਵਿਖਾਇਆ। ਕਹਿਣ ਲੱਗਾ, ਮੈਂ ਇੱਥੋਂ ਦਾ ਬਾਦਸ਼ਾਹ ਹਾਂ ਤੇ ਤੂੰ ਮੇਰੇ ਨਾਲ ਬੇਰੁਖੀ ਨਾਲ ਪੇਸ਼ ਆ ਰਿਹਾ। ਕਹਿਣ ਲੱਗਾ, ਮੈਂ ਤੈਨੂੰ ਕੋਈ ਬੇਰੁਖੀ ਨਹੀਂ ਵਿਖਾਈ, ਨਾ ਮੈਨੂੰ ਤੇਰੇ ਤਾਈਂ ਕੋਈ ਕੰਮ ਹੈ, ਤੂੰ ਖੁਦ ਹੀ ਆਪਣੀ ਜਿਹੜੀ ਸੈਰ ਹੈ ਉਹ ਵਿੱਚ ਛੱਡ ਕੇ ਤੇ ਮੇਰੇ ਸਾਹਮਣੇ ਆ ਕੇ ਮੈਨੂੰ ਦੱਸਣ ਲੱਗਿਆ ਵੀ ਮੈਂ ਕੌਣ ਹਾਂ। ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਤੂੰ ਕੌਣ ਹੈ, ਤੂੰ ਬਾਦਸ਼ਾਹ ਹੈ ਕਿ ਭਿਖਾਰੀ ਹੈ ਕਿ ਕੌਣ ਹੈ? ਕਹਿਣ ਲੱਗਾ, ਤੈਨੂੰ ਮੇਰੇ ਕੋਲ ਡਰ ਨਹੀਂ ਆਉਂਦਾ? ਕਹਿੰਦਾ, ਬਿਲਕੁਲ ਨਹੀਂ ਆਉਂਦਾ। ਮੈਨੂੰ ਤੇਰੇ ਕੋਲੋਂ ਡਰਨ ਦੀ ਕੀ ਲੋੜ ਹੈ? ਡਰਿਆ ਤਾਂ ਤੂੰ ਖੁਦ ਤੋਂ ਹੋਇਆ, ਤੇਰੀ ਹਉਮੈ ਤੈਨੂੰ ਇੰਨਾ ਡਰਾ ਰਹੀ ਹੈ ਵੀ ਤੂੰ ਜਣੇ ਖਣੇ ਨੂੰ ਜਾ ਕੇ ਆਪਣਾ ਪਤਾ ਦੱਸ ਰਿਹਾ ਵੀ ਮੈਂ ਕੌਣ ਹਾਂ, ਮੈਂ ਬਾਦਸ਼ਾਹ, ਮੈਂ ਸਿਕੰਦਰ ਹਾਂ। ਵੇਖ, ਮੈਨੂੰ ਕੋਈ ਲੋੜ ਨਹੀਂ ਪਈ ਵੀ ਮੈਂ ਤੈਨੂੰ ਆ ਕੇ ਆਖਾਂ ਵੀ ਹੇ ਬਾਦਸ਼ਾਹ, ਮੈਂ ਇੱਕ ਫਕੀਰ ਹਾਂ ਤੇ ਮੇਰੀ ਕੋਈ ਲੋੜ ਪੂਰੀ ਕਰ। ਇਸ ਵੇਲੇ ਮੈਨੂੰ ਲੱਗਦਾ ਵੀ ਬਾਦਸ਼ਾਹ ਮੈਂ ਹਾਂ ਤੇ ਭਿਖਾਰੀ ਤੂੰ ਹੈ। ਵੇਖ, ਮੈਂ ਤੇਰੇ ਕੋਲ ਆਇਆ ਨਹੀਂ ਨਾ ਆਇਆ, ਮੈਂ ਆਪਣਾ ਕੰਮ ਗੋਦੜੀ ਸੀ ਰਿਹਾ, ਧੁੱਪ ਸੇਕ ਰਿਹਾ, ਮੈਂ ਆਨੰਦ ਵਿੱਚ ਹਾਂ। ਤੂੰ ਮੇਰੇ ਕੋਲੋਂ ਮੇਰੇ ਇੱਕ ਫਕੀਰ ਕੋਲੋਂ ਵੀ ਸਤਿਕਾਰ ਲੈਣ ਆ ਰਿਹਾ, ਮੈਂ ਤੈਨੂੰ ਕੱਖ ਨਹੀਂ ਦੇ ਸਕਦਾ। ਤੈਨੂੰ ਲੱਗਿਆ ਵੀ ਘੱਟੋ ਘੱਟ ਇਹ ਫਕੀਰ ਕੋਲੋਂ ਸਤਿਕਾਰ ਹੀ ਲਿਆ ਜਾਏ ਵੀ ਮੈਂ ਬਾਦਸ਼ਾਹ ਤੇ ਫਕੀਰ ਉੱਠ ਕੇ ਮੈਨੂੰ ਸਲਾਮ ਦੁਆ ਕਰੇਗਾ ਤੇ ਕੋਈ ਅਸੀਸ ਹੀ ਦੇ ਦੇਗਾ। ਮੈਨੂੰ ਤੇਰੇ ਤਾਈਂ ਕੋਈ ਕੰਮ ਨਹੀਂ, ਪਰ ਤੈਨੂੰ ਮੇਰੇ ਤਾਈਂ ਬਹੁਤ ਵੱਡਾ ਕੰਮ ਹੈ। ਤੇ ਗੱਲ ਤੂੰ ਹੰਕਾਰ ਨਾਲ ਕਰਦਾ, ਕਿਸੇ ਕੋਲ ਮੰਗਣ ਜਾਈਏ ਤੇ ਹਉਮੈ ਸ਼ੋਭਦੀ ਨਹੀਂ। ਬੜੀ ਅਹਿਮ ਗੱਲ ਹੈ ਇਸ ਕਥਾ ਦੇ ਵਿੱਚ, ਇਸ ਕਹਾਣੀ ਦੇ ਵਿੱਚ, ਵੀ ਖਾਹਿਸ਼ ਕੱਲੀ ਪਦਾਰਥ ਦੀ ਨਹੀਂ ਹੁੰਦੀ, ਬੰਦੇ ਦੇ ਅੰਦਰ ਬੜੀਆਂ ਖਾਹਿਸ਼ਾਂ, ਤ੍ਰਿਸ਼ਨਾਵਾਂ ਪਲਦੀਆਂ। ਹੁਣ ਉਹ ਬੰਦਾ ਕੀ ਇਜ਼ਹਾਰ ਕਰ ਰਿਹਾ ਉਹਦੇ ਸਾਹਮਣੇ ਜਾ ਕੇ? ਸਿਕੰਦਰ ਕੀ ਇਜ਼ਹਾਰ ਕਰਦਾ ਵੀ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ, ਮੈਂ ਬਾਦਸ਼ਾਹ ਹਾਂ। ਉਹ ਜਿਹੜੀ ਭੁੱਖ ਹੈ ਅੰਦਰ ਆਪਣੇ ਆਪ ਨੂੰ ਦੱਸਣ ਦੀ, ਉਹ ਬੰਦੇ ਨੂੰ ਭਟਕਾ ਰਹੀ। ਤੋਂ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜਕ ਰਹੈਂ, ਵਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਪਾਤਸ਼ਾਹ ਕਹਿੰਦੇ ਨੇ, ਸਬਰ ਇੱਕ ਐਸਾ ਨਿਸ਼ਾਨਾ ਹੈ ਬੰਦੇ, ਜੇ ਤੂੰ ਇਸ ਪ੍ਰਯੋਜਨ ਨੂੰ ਦ੍ਰਿੜ ਕਰ ਲੈ, ਇਸ ਮਕਸਦ ਨੂੰ ਆਪਣੇ ਅੰਦਰ ਪੱਕਾ ਕਰ ਲੈ ਵੀ ਸਬਰ ਦਾ ਪੱਲਾ, ਧੀਰਜ ਦਾ ਪੱਲਾ ਕਦੇ ਨਹੀਂ ਛੱਡਣਾ ਜ਼ਿੰਦਗੀ ਵਿੱਚ, ਤਾਂ ਆਖਦੇ ਨੇ ਵਧ ਥੀਵੈ ਦਰਿਆਓ, ਤੂੰ ਵੱਧ ਕੇ ਦਰਿਆ ਵਰਗਾ ਵੱਡਾ ਹੋ ਜਾਏਗਾ। ਜਾਨੀ ਕਿ ਤੂੰ ਰੱਜਿਆ ਹੋਇਆ ਤੇ ਵੱਡੇ ਜਿਗਰੇ, ਵੱਡੇ ਦਿਲ ਵਾਲਾ ਹੋਏਗਾ। ਤੇਰੇ ਅੰਦਰੋਂ ਤੰਗ ਦਿਲੀ ਖਤਮ ਹੋ ਜਾਏਗੀ। ਟੁੱਟ ਨਾ ਥੀਵੈ ਵਾਹੜਾ, ਟੁੱਟ ਕੇ ਤੂੰ ਨਿੱਕਾ ਜਿਹਾ ਵਾੜਾ। ਵਾੜਾ ਕਹਿੰਦੇ ਨੇ ਪਾਣੀ ਦਰਿਆ ਤੋਂ ਟੁੱਟ ਕੇ ਨਾ ਛੋਟਾ ਜਿਹਾ ਵਹਿਣ ਪਾਸੇ ਨੂੰ ਨਿਕਲ ਜਾਂਦਾ, ਉਹਨੂੰ ਵਾੜਾ ਕਹਿ ਦਿੰਦੇ ਸਨ। ਹੁਣ ਯਾਰ ਛੋਟਾ ਜਿਹਾ ਵਹਿਣ ਹੈ, ਉਹ ਹੌਲੀ ਹੌਲੀ ਗੰਦਗੀ ਨਾਲ ਵੀ ਭਰਦਾ ਹੈ। ਬੇਹਾ ਪਾਣੀ, ਉਹਦੇ 'ਚ ਗੰਦਗੀ ਪਨਪਦੀ ਹੈ, ਬਿਮਾਰੀਆਂ ਪੈਦਾ ਹੁੰਦੀਆਂ ਤੇ ਸੁੱਕ ਜਾਂਦਾ ਹੈ।
ਤੰਗ ਦਿਲ ਬੰਦਾ ਜਿਹੜਾ ਹੈ ਉਹ ਆਤਮਿਕ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਵੀ ਹੁੰਦਾ ਹੈ ਤੇ ਹੌਲੀ ਹੌਲੀ ਉਹਦਾ ਆਤਮਿਕ ਜੀਵਨ ਸੁੱਕ ਜਾਂਦਾ ਹੈ, ਉਹ ਤਬਾਹ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪਰ ਜਿਹੜੇ ਦਰਿਆ ਨੇ ਉਹਨਾਂ ਦੇ ਵਹਿਣ ਲੱਖ ਫੇਰ ਬਦਲ ਪਾ ਕੇ ਲਗਾਤਾਰ ਵਗਦੇ ਰਹਿੰਦੇ ਨੇ, ਉਹ ਆਪਣੀ ਮੰਜ਼ਿਲ ਸਮੁੰਦਰ ਵਿੱਚ ਜਾ ਕੇ ਅਭੇਦ ਹੋ ਜਾਂਦੇ। ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਤੂੰ ਦਰਿਆ ਵਰਗਾ ਵੱਡਾ ਹੋ ਜਾਏਗਾ, ਤੰਗ ਦਿਲੀ ਮੁੱਕ ਜਾਏਗੀ, ਤੇਰਾ ਦਿਲ ਦਰਿਆ ਤੇ ਵਿਸ਼ਾਲ ਹੋਏਗਾ ਜੇ ਤੂੰ ਸਬਰ ਦਾ ਟੀਚਾ ਆਪਣੇ ਜੀਵਨ ਵਿੱਚ ਮਿਥ ਲੈ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਬੜੇ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।